हाँ जी, गुड मॉर्निंग 10th क्लास। हाँ जी, असी अपना जो लैसन है वो पढ़ना स्टार्ट करांगे। लैसन का नेम है फ्रॉम द डायरी ऑफ एनी फ्रैंक। नाउ ओपन योर पेज नंबर 52। डीएस्ट किटी किटी उसकी डायरी का नाम रखा से उन्हें। आर इंटायर क्लास इज़ क्विकिंग इन इट्स बूट्स। तो साड़ी सारी क्लास सी जी वो डर नाल कंब रही सी। The reason, of course, is the forthcoming meeting in which the teachers decide who will move up to the next form and who will kept back. The reason ਇਹਦਾ ਇਹੀ ਸੀ ਕਿ ਜਿਹੜੀ ਆਉਣ ਵਾਲੀ ਮੀਟਿੰਗ ਹੋਣ ਵਾਲੀ ਸੀ ਥੋੜ੍ਹੇ ਟਾਈਮ ਦੇ ਵਿੱਚ, ਜਿਹਦੇ ਵਿੱਚ ਇੱਕ ਟੀਚਰ ਡਿਸਾਈਡ ਕਰਨਗੇ ਕਿ ਕਿਹੜਾ ਬੱਚਾ ਅਗਲੀ ਕਲਾਸ ਦੇ ਵਿੱਚ ਜਾਏਗਾ ਅਤੇ ਕਿਹੜਾ ਬੈਕ ਜਾਏਗਾ। ਹਾਫ ਦਾ ਕਲਾਸ ਇਜ਼ ਮੇਕਿੰਗ ਬੈਡਸ। ਅੱਧੀ ਕਲਾਸ ਜਿਹੜੀ ਸ਼ਰਤਾਂ ਲਗਾ ਰਹੀ ਸੀ। GN and I laugh ourselves silly at the two boys behind us. GN ਉਹਦੀ ਕੋਈ ਫਰੈਂਡ ਸੀ ਅਤੇ ਅਸੀਂ ਮੈਂ ਆਪਣੇ ਆਪ ਦੇ ਵਿੱਚ ਹਾਸਾ ਹਾਸੇ ਦੋ ਬॉयज़ ਤੇ ਜਿਹੜੇ ਸਾਡੇ ਪਿੱਛੇ ਬੈਠੇ ਸੀ। CN ਐਂਡ ਜੈਕਵੇਸ ਉਹ ਬੱਚਿਆਂ ਦਾ ਨਾਮ ਸੀ। ਹੂ ਹੈਵ ਸਟੇਕਡ ਦੇਅਰ ਇੰਟਾਇਰ ਹੌਲੀਡੇ ਸੇਵਿੰਗ ਔਨ ਦੇਅਰ ਬੈਡਸ। ਅਤੇ ਜਿਹੜਿਆਂ ਨੇ ਆਪਣੀਆਂ ਸਾਰੀਆਂ ਛੁੱਟੀਆਂ ਆਪਦੀਆਂ ਜਿਹੜੀਆਂ ਸ਼ਰਤਾਂ ਉਹਨਾਂ ਨੂੰ ਬਚਾਉਣ 'ਚ ਨਿਘਾ ਦਿੱਤੀਆਂ ਸੀ। ਫਰੋਮ ਮੋਰਨਿੰਗ ਟੂ ਨਾਈਟ, ਸਵੇਰ ਤੋਂ ਸ਼ਾਮ ਤੱਕ। ਇਟਸ ਯੂ ਆਰ ਗੋਇੰਗ ਟੂ ਪਾਸ। ਇਹ ਸੀ ਕਿ ਇੱਕ ਉਹਨੂੰ ਕਹਿ ਰਿਹਾ ਸੀ ਕਿ ਤੂੰ ਪਾਸ ਹੋਵੇਂਗਾ, ਦੂਸਰਾ ਕਹਿ ਰਿਹਾ ਸੀ ਨੋਟ ਆਈ ਐਮ ਨੋਟ। ਫਿਰ ਉਹ ਕਹਿ ਰਿਹਾ ਸੀ ਯੈਸ ਯੂ ਆਰ, ਹਾਂ ਤੂੰ ਹੋਵੇਂਗਾ। ਨੋਟ ਆਈ ਐਮ ਨੋਟ, ਦੂਜਾ ਕਹਿ ਰਿਹਾ ਸੀ ਮੈਂ ਨਹੀਂ ਹੋਵਾਂਗਾ। ਈਵਨ ਜੀਸ ਪਲੀਡਿੰਗ ਗਲੈਂਸਿਸ ਐਂਡ ਮਾਈ ਐਂਗਰੀ ਆਊਟਬਸਟ ਕਾਂਟ ਕਾਮ ਦੈਮ ਡਾਊਨ। ਇੱਥੋਂ ਤੱਕ ਕਿ ਸਾਡਾ ਜਿਹੜਾ ਮਤਲਬ ਆਉਣ ਵਾਲਾ ਭਵਿੱਖ ਟਾਈਮ ਸੀਗਾ, ਠੀਕ ਹੈ, ਅਤੇ ਮੇਰਾ ਜਿਹੜਾ ਗੁੱਸਾ ਸੀ ਉਹਨਾਂ ਨੂੰ ਸ਼ਾਂਤ ਨਹੀਂ ਕਰ ਪਾ ਰਿਹਾ ਸੀ। ਇਫ ਯੂ ਆਸਕ ਮੀ, ਜੇ ਤੁਸੀਂ ਮੈਨੂੰ ਪੁੱਛੋਗੇ, ਦੇਅਰ ਆਰ ਸੋ ਮੈਨੀ ਡਮੀਜ਼ ਦੈਟ ਅਬਾਊਟ ਅ ਕੁਆਰਟਰ ਆਫ ਦ ਕਲਾਸ ਸ਼ੁੱਡ ਬੀ ਕੈਪਟ ਬੈਕ। ਜੇ ਤੁਸੀਂ ਮੈਨੂੰ ਪੁੱਛੋ ਤਾਂ ਅੱਧੀ ਕਲਾਸ ਤੋਂ ਜ਼ਿਆਦਾ ਮਤਲਬ ਡਮੀ ਐਡਮਿਸ਼ਨਸ ਹੈਗੀਆਂ ਜਿਹੜੀਆਂ ਕਿ ਬੈਕ ਜਾਣੀਆਂ ਚਾਹੀਦੀਆਂ। ਬਟ ਟੀਚਰਸ ਆਰ ਦਾ ਮੋਸਟ ਅਨਪ੍ਰੈਡਿਕਟੇਬਲ ਕ੍ਰੀਚਰਸ ਔਨ ਦਾ ਅਰਥ। ਬਟ ਟੀਚਰਸ ਨੇ ਜਿਹੜੇ ਵੀ ਮਤਲਬ ਉਹਨਾਂ ਨੂੰ ਭਵਿੱਖਬਾਣੀ ਉਹਨਾਂ ਨੇ ਕੀਤੀ ਜਾ ਸਕਦੀ। ਅਰਥ 'ਤੇ ਇਹੋ ਜਿਹੇ ਜੀਵ ਨੇ। ਆਈ ਐਮ ਨੋਟ ਸੋ ਵਰੀਡ ਅਬਾਊਟ ਮਾਈ ਗਰਲ ਫਰੈਂਡਸ ਐਂਡ ਮਾਈ ਸੈਲਫ। ਮੈਂ ਆਪਣੀਆਂ ਸਹੇਲੀਆਂ ਅਤੇ ਆਪਦੇ ਬਾਰੇ ਚਿੰਤਿਤ ਨਹੀਂ ਹਾਂ। ਵੀ ਵਿਲ ਮੇਕ ਇਟ, ਅਸੀਂ ਇਹ ਕਰ ਲਵਾਂਗੇ। ਦਾ ਓਨਲੀ ਸਬਜੈਕਟ ਆਈ ਐਮ ਨੋਟ ਸ਼ੋਰ ਅਬਾਊਟ ਦਾ ਮੈਥਸ। ਤਾਂ ਇੱਕ ਸਬਜੈਕਟ ਸੀ ਜਿਹਦੇ ਬਾਰੇ ਮੈਂ ਸ਼ੋਰ ਨਹੀਂ ਸੀ, ਉਹ ਸੀ ਮੈਥ। ਐਨੀਵੇਜ਼ ਆਲ ਵੀ ਕੈਨ ਡੂ ਇਜ਼ ਵੇਟ। ਅਸੀਂ ਸਾਰੇ ਕੀ ਕਰ ਸਕਦੇ, ਸਿਰਫ ਵੇਟ ਕਰ ਸਕਦੇ ਸੀ। ਅੰਟਿਲ ਦੈਨ, ਉਸ ਤੋਂ ਬਾਅਦ ਵੀ ਕੀਪ ਟੈਲਿੰਗ ਈਚ ਅਦਰ ਨੋਟ ਟੂ ਲੂਜ਼ ਹਰਟ। ਉਦੋਂ ਤੱਕ ਅਸੀਂ ਇੱਕ ਦੂਜੇ ਨੂੰ ਹੌਸਲਾ ਦਿੰਦੇ ਹੋਏ ਕਿ ਆਪਣਾ ਦਿਲ ਛੋਟਾ ਨਾ ਕਰੋ। ਆਈ ਗੈਟ ਅਲੋਂਗ ਪ੍ਰੀਟੀ ਵੈਲ ਵਿਦ ਆਲ ਮਾਈ ਟੀਚਰਸ। ਮੈਂ ਸਾਰੇ ਟੀਚਰਸ ਨਾਲ ਚੰਗਾ ਵਿਹਾਰ ਕਰਦੀ ਸੀ। ਦੇਅਰ ਆਰ 9 ਆਫ ਦੈਮ। ਮੈਂ 9 ਵਿੱਚੋਂ ਇੱਕ ਸੀ। 7 ਮੈਨ ਐਂਡ 2 ਵੀਮੈਨ। ਤਾਂ 7 ਬੰਦੇ ਸੀ ਅਤੇ 2 ਔਰਤਾਂ। ਮਿਸਟਰ ਕੀਜ਼ਿੰਗ ਦਾ ਓਲਡ ਫੌਜੀ ਹੂ ਟੀਚਰਸ ਮੈਥ। ਤਾਂ ਮਿਸਟਰ ਕੀਜ਼ਿੰਗ ਸੀ ਜਿਹੜੇ, ਉਹ ਇੱਕ ਓਲਡ ਫੈਸ਼ਨੇਬਲ ਪਰਸਨ ਸੀ ਜਿਹੜੇ ਕਿ ਸਾਨੂੰ ਮੈਥ ਟੀਚ ਕਰਦੇ ਸੀ। ਵੋਜ਼ ਅਨੋਇਡ ਵਿਦ ਮੀ ਫੋਰ ਏਜਸ ਬਿਕੋਜ਼ ਆਈ ਟੋਕ ਟੂ ਮਚ। ਉਹ ਮੇਰੇ ਨਾਲ ਚੰਗਾ ਵਿਹਾਰ ਨਹੀਂ ਕਰਦੇ ਸੀ, ਮੇਰੇ ਤੋਂ ਬਹੁਤ ਅਣਖੁਸ਼ ਸੀ ਕਿਉਂਕਿ ਮੈਂ ਬਹੁਤ ਜ਼ਿਆਦਾ ਬੋਲਦੀ ਸੀ। ਆਫਟਰ ਸਿਵਲ ਵਾਰਨਿੰਗਸ, ਬਹੁਤ ਜ਼ਿਆਦਾ ਨਸੀਹਤਾਂ ਤੋਂ ਬਾਅਦ ਹੀ ਅਸਾਈਨਡ ਮੀ ਐਕਸਟਰਾ ਹੋਮਵਰਕ। ਉਹ ਮੈਨੂੰ ਬਹੁਤ ਜ਼ਿਆਦਾ ਐਕਸਟਰਾ ਹੋਮਵਰਕ ਦੇ ਦਿੰਦੇ। ਐਨ ਐਸੇ ਔਨ ਦਾ ਸਬਜੈਕਟ ਚੈਟਰ ਬਾਕਸ। ਉਹਨਾਂ ਨੇ ਇੱਕ ਮੈਨੂੰ ਐਸੇ ਲਿਖਣ ਲਈ ਕਿਹਾ ਚੈਟਰ ਬਾਕਸ 'ਤੇ, ਗੱਲਾਂ ਕਰਨ ਵਾਲੀ ਕੁੜੀ ਦੇ ਨਾਮ 'ਤੇ। ਅ ਚੈਟਰ ਬਾਕਸ ਵਾਟ ਕੈਨ ਯੂ ਰਾਈਟ ਅਬਾਊਟ ਦੈਟ। ਤੁਸੀਂ ਇਸ ਟੋਪਿਕ 'ਤੇ ਕੀ ਲਿਖ ਸਕਦੇ ਹੋ। ਆਈ ਹੈਡ ਵਰੀ ਅਬਾਊਟ ਦੈਟ ਲੇਟਰ ਆਈ ਡਿਸਾਈਡਡ। ਮੈਂ ਇਸ ਟੋਪਿਕ ਬਾਰੇ ਲਿਖਣ 'ਤੇ ਕਾਫੀ ਚਿੰਤਿਤ ਸੀ ਅਤੇ ਮੈਂ ਡਿਸਾਈਡ ਕੀਤਾ। ਆਈ ਜੋਟਡ ਡਾਊਨ ਦਾ ਟਾਈਟਲ ਇਨ ਮਾਈ ਨੋਟਬੁੱਕ। ਅਤੇ ਮੈਂ ਜਿਹੜਾ ਵੀ ਟਾਈਟਲ ਆਪਣੀ ਨੋਟਬੁੱਕ ਦੇ ਵਿੱਚ ਲਿਖੂੰਗੀ। ਟਕਡ ਇਟ ਇਨ ਮਾਈ ਬੈਗ। ਮੈਂ ਇਸਨੂੰ ਮੋਸ ਕੇ ਆਪਣੇ ਬੈਗ ਦੇ ਵਿੱਚ ਪਾ ਲਿਆ। ਐਂਡ ਟਰਾਈ ਟੂ ਕੀਪ ਕੁਆਇਟ, ਅਤੇ ਚੁੱਪ ਬੈਠਣ ਦੀ ਕੋਸ਼ਿਸ਼ ਕੀਤੀ। ਦੈਟ ਈਵਨਿੰਗ ਆਫਟਰ ਆਈ ਹੈਡ ਫਿਨਿਸ਼ਡ ਦਾ ਰੈਸਟ ਆਫ ਮਾਈ ਹੋਮਵਰਕ। ਉਸ ਸ਼ਾਮ ਮੈਂ ਆਪਣਾ ਸਾਰਾ ਕੰਮ ਖਤਮ ਕਰਨ ਤੋਂ ਬਾਅਦ ਦਾ ਨੋਟ ਅਬਾਊਟ ਦਾ ਐਸੇ ਕੋਟ ਮਾਈ ਆਈਜ਼। ਉਸ ਨੋਟ ਨੇ ਮੇਰੀਆਂ ਅੱਖਾਂ ਨੂੰ ਪਕੜ ਲਿਆ। ਆਈ ਬਿਗਨ ਥਿੰਕਿੰਗ ਅਬਾਊਟ ਦਾ ਸਬਜੈਕਟ ਵਾਈਲ ਚਿਊਇੰਗ ਦਾ ਟਿਪ ਆਫ ਮਾਈ ਫਾਊਂਟੇਨ ਪੈਨ। ਤਾਂ ਮੈਂ ਉਸ ਟੋਪਿਕ ਬਾਰੇ ਸੋਚਣਾ ਸਟਾਰਟ ਕੀਤਾ ਅਤੇ ਆਪਣੇ ਪੈਨ ਦਾ ਜਿਹੜਾ ਮਤਲਬ ਪੈਨ ਸੀ ਉਹਨੂੰ ਮੂੰਹ ਦੇ ਵਿੱਚ ਚਬਾਉਂਦੇ ਹੋਏ। ਐਨੀ ਵਨ ਕੁੱਡ ਰੈਂਬਲ ਔਨ ਐਂਡ ਲੀਵ ਬਿਗ ਸਪੇਸਿਸ ਬਿਟਵੀਨ ਦਾ ਵਰਡਸ। ਕੀ ਕੋਈ ਇਹੋ ਜਿਹਾ ਪਰਸਨ ਹੋ ਸਕਦਾ ਜਿਹੜਾ ਕਿ ਇਸ ਟਾਈਪ ਦੇ ਟੋਪਿਕ 'ਤੇ ਇੰਨਾ ਜ਼ਿਆਦਾ ਲਿਖ ਸਕਦਾ ਬਿਨਾਂ ਕਿਸੇ ਸਪੇਸ ਛੱਡੇ ਸ਼ਬਦਾਂ ਦੇ ਵਿੱਚ। ਬਟ ਦਾ ਟ੍ਰਿਕ ਵਾਜ਼ ਟੂ ਕਮ ਅਪ ਵਿਦ ਕਨਵਿੰਸਿੰਗ ਆਰਗਿਊਮੈਂਟਸ ਟੂ ਪ੍ਰੂਵ ਦਾ ਨੈਸੈਸਿਟੀ ਆਫ ਟੋਕਿੰਗ। ਪਰ ਮੈਂ ਕੁਛ ਇਹੋ ਜਿਹਾ ਲਿਖਣਾ ਸੀ ਜਿਹਦੇ ਵਿੱਚ ਦੱਸਿਆ ਜਾਵੇ ਕਿ ਬੋਲਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਆਈ ਥੋਟ ਐਂਡ ਸਡਨਲੀ ਆਈ ਹੈਡ ਐਨ ਆਈਡੀਆ। ਮੈਂ ਸੋਚਦੀ ਹੋਈ ਅਤੇ ਅਚਾਨਕ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਹੈ। ਆਈ ਰੋਟ ਦਾ 3 pages ਮਿਸਟਰ ਕੀਜ਼ਿੰਗ ਹੈਡ ਅਸਾਈਨਡ ਮੀ ਐਂਡ ਵਾਜ਼ ਸੈਟਿਸਫਾਈਡ। ਅਤੇ ਮੈਂ 3 ਪੇਜ ਲਿਖੇ ਅਤੇ ਮਿਸਟਰ ਕੀਜ਼ਿੰਗ ਨੂੰ ਦੇਤੇ
ਤੇ ਜਿਹਦੇ ਨਾਲ ਉਹ ਸੈਟਿਸਫਾਈਡ ਹੋ ਜਾਂਦੇ। ਆਈ ਆਰਗਿਊਡ ਦੈਟ ਟਾਕਿੰਗ ਇਜ਼ ਦਾ ਸਟੂਡੈਂਟਸ ਟ੍ਰੇਟ, ਗੱਲਾਂ ਕਰਨਾ ਕਿਸੇ ਵੀ ਸਟੂਡੈਂਟ ਦਾ ਬਹੁਤ ਜ਼ਿਆਦਾ ਗੁਣ ਹੋ ਸਕਦਾ ਹੈ ਵੱਡਾ। ਐਂਡ ਦੈਟ ਆਈ ਵੁੱਡ ਡੂ ਮਾਈ ਬੈਸਟ ਟੂ ਕੀਪ ਇਟ ਅੰਡਰ ਕੰਟਰੋਲ, ਅਤੇ ਮੈਂ ਇਸ ਨੂੰ ਹਮੇਸ਼ਾ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂਗੀ। ਬਟ ਦੈਟ ਆਈ ਵੁੱਡ ਨੈਵਰ ਬੀ ਏਬਲ ਟੂ ਕਿਉਰ ਮਾਈ ਸੈਲਫ ਆਫ ਦਾ ਹੈਬਿਟ ਸਿੰਸ ਮਾਈ ਮਦਰ ਟੋਕਡ ਐਜ਼ ਮਚ ਐਜ਼ ਆਈ ਡਿਡ ਇਟ ਨੋਟ ਮੋਰ, ਐਂਡ ਦੈਟ there is not much you can do about inherited traits। ਪਰ ਮੈਂ ਇਹਨਾਂ ਚੀਜ਼ਾਂ ਨੂੰ ਲੁਕਾਉਣ ਦੇ ਵਿੱਚ ਸਫਲ ਨਾ ਹੋਈ ਕਿਉਂਕਿ ਮੇਰੀ ਮਦਰ ਸੀ ਜਿਹੜੀ, ਮਤਲਬ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਆਪਣੇ ਫੈਮਿਲੀ ਦੇ ਵਿੱਚੋਂ ਮਿਲਦੀਆਂ ਨੇ, ਠੀਕ ਹੈ। ਤਾਂ ਕਿਉਂਕਿ ਮੇਰੀ ਮਦਰ ਵੀ ਬਹੁਤ ਜ਼ਿਆਦਾ ਬੋਲਦੇ ਸੀ, ਇਸ ਕਰਕੇ ਮੈਨੂੰ ਉਹਨਾਂ ਤੋਂ ਇਹ ਬਹੁਤ ਜ਼ਿਆਦਾ ਬੋਲਣ ਵਾਲਾ ਗੁਣ ਮਿਲਿਆ ਸੀ। ਮਿਸਟਰ ਕੀਜ਼ਿੰਗ ਹੈਡ ਅ ਗੁੱਡ ਲਾਫ ਐਟ ਮਾਈ ਆਰਗੂਮੈਂਟਸ, ਜਿਹੜੇ ਵੀ ਆਰਗੂਮੈਂਟਸ ਮੈਂ ਚੈਟਰ ਬਾਕਸ 'ਤੇ ਲਿਖੇ ਸੀ ਮਿਸਟਰ ਕੀਜ਼ਿੰਗ ਇਸ ਦੇ ਉੱਤੇ ਬਹੁਤ ਹੱਸੇ। ਬਟ ਵੈਨ ਆਈ ਪ੍ਰੋਸੀਡਡ ਟੂ ਟਾਕ ਮਾਈ ਵੇ ਥਰੂ ਦਾ ਨੈਕਸਟ ਲੈਸਨ ਹੀ ਅਸਾਈਨਡ ਮੀ ਅ ਸੈਕਿੰਡ ਐਸੇ, ਤਾਂ ਜਿਵੇਂ ਹੀ ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਆਪਣੇ ਉਸ ਨੈਕਸਟ ਲੈਸਨ ਬਾਰੇ, ਤਾਂ ਉਹਨਾਂ ਨੇ ਮੈਨੂੰ ਇੱਕ ਹੋਰ ਐਸੇ ਲਿਖਣ ਦੇ ਲਈ ਦੇ ਦਿੱਤਾ। ਦਿਸ ਟਾਈਮ ਇਟ ਵਾਜ਼ ਸਪੋਜ਼ ਟੂ ਬੀ ਐਨ ਇਨਕੁਇਜੀਬਲ ਚੈਟਰ ਬਾਕਸ, ਤਾਂ ਇਸ ਵਾਰ ਉਹਨਾਂ ਨੇ ਮੈਨੂੰ ਦਿੱਤਾ ਇਨਕੁਇਜੀਬਲ ਚੈਟਰ ਬਾਕਸ 'ਤੇ ਇੱਕ ਲੇਖ ਲਿਖਣ ਲਈ। ਇਨਕੁਇਜੀਬਲ ਹੁੰਦਾ ਕੁਛ ਇਹ ਜਿਹੜਾ ਬੰਦਾ ਕੋਈ ਢੰਗ ਦੀ ਗੱਲ ਨਾ ਕਰੇ, ਠੀਕ ਹੈ। ਆਈ ਹੈਂਡਡ ਇਟ ਇਨ, ਮੈਂ ਉਹ ਵੀ ਲਿਖ ਕੇ ਉਹਨਾਂ ਨੂੰ ਪਕੜਾ ਦਿੱਤਾ। ਐਂਡ ਮਿਸਟਰ ਕੀਜ਼ਿੰਗ ਹੈਡ ਨਥਿੰਗ ਟੂ ਐਕਸਪਲੇਨ ਅਬਾਊਟ ਫॉर 2 whole ਲੈਸਨਸ, ਮਿਸਟਰ ਕੀਜ਼ਿੰਗ ਨੇ ਕੁਛ ਵੀ ਐਕਸਪਲੇਨ ਨਾ ਕੀਤਾ ਬਾਕੀ ਲੈਸਨਾਂ ਬਾਰੇ। ਹਾਊ ਐਵਰ ਡਿਊਰਿੰਗ ਦਾ 3rd ਲੈਸਨ ਆਈ ਹੈਡ ਫਾਈਨਲੀ ਹੈਡ ਇਨਫ, ਤਾਂ ਤੀਜੇ ਲੈਸਨ ਬਾਰੇ ਮੈਨੂੰ ਇਹ ਪਤਾ ਲੱਗਿਆ ਕਿ ਮੇਰੇ ਕੋਲ ਬਹੁਤ ਜ਼ਿਆਦਾ ਮੈਂ ਲਿਖ ਚੁੱਕੀ ਹਾਂ ਅਤੇ ਮੇਰੇ ਕੋਲ ਕੁਛ ਨਹੀਂ ਸੀ ਲਿਖਣ ਲਈ। ਤਾਂ ਉਹਨਾਂ ਨੇ ਕਿਹਾ ਐਨੀ ਫਰੈਂਕ ਐਜ਼ ਪਨਿਸ਼ਮੈਂਟ ਫॉर ਟਾਕਿੰਗ ਇਨ ਦਾ ਕਲਾਸ, ਐਨੀ ਫਰੈਂਕ ਤੈਨੂੰ ਕਲਾਸ ਦੇ ਵਿੱਚ ਬੋਲਣ ਲਈ ਇੱਕ ਸਜ਼ਾ ਮਿਲ ਜਾਏਗਾ। ਰਾਈਟ ਐਨ ਐਸੇ ਇਨ ਟਾਈਟਲ ਕੁਐਕ 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 ਸੈਡ ਮਿਸਟਰੈਸ ਚੈਟਰ ਬਾਕਸ, ਤਾਂ ਉਹਦਾ ਟਾਈਟਲ ਸੀ ਕੁਐਕ ਕੁਐਕ ਦਾ ਮਤਲਬ ਹੁੰਦਾ ਬਹੁਤ ਜ਼ਿਆਦਾ ਬੋਲਣਾ। ਮਿਸਟਰੈਸ ਚੈਟਰ ਬਾਕਸ ਨੇ ਕਿਹਾ। ਦਾ ਕਲਾਸ ਵਰਡ, ਕਲਾਸ ਹੱਸ ਪਈ। ਆਈ ਹੈਡ ਟੂ ਲਾਫ ਟੂ, ਮੈਨੂੰ ਵੀ ਹੱਸਣਾ ਪਿਆ ਥਾ। ਆਈ ਹੈਡ ਨੀਅਰਲੀ ਐਕਸਾਊਸਡ ਮਾਈ ਇਨਜੈਨਿਟੀ ਔਨ ਦਾ ਟੋਪਿਕ ਆਫ ਦਾ ਚੈਟਰ ਬਾਕਸ, ਕਿਉਂਕਿ ਮੇਰੇ ਦਿਮਾਗ 'ਚ ਜੋ ਕੁਛ ਵੀ ਸੀ ਉਹ ਮੇਰਾ ਦਿਮਾਗ ਸਭ ਕੁਛ ਖਾਲੀ ਹੋ ਚੁੱਕਿਆ ਸੀ, ਜੋ ਵੀ ਮੈਂ ਲਿਖਣਾ ਸੀ, ਠੀਕ ਹੈ। ਮੇਰਾ ਦਿਮਾਗ ਬਿਲਕੁਲ ਹੀ ਖਾਲੀ ਹੋ ਚੁੱਕਿਆ ਸੀ ਕਿ ਮੈਂ ਨੈਕਸਟ ਲੈਸਨ ਦੇ ਵਿੱਚ ਕੀ ਲਿਖਾਂ। ਇਟ ਵਾਜ਼ ਟਾਈਮ ਟੂ ਕਮ ਅਪ ਵਿਦ ਦਾ ਸਮਥਿੰਗ ਐਲਸ, ਇਹ ਟਾਈਮ ਸੀ ਕਿ ਮੈਂ ਕੁਛ ਨਵਾਂ ਲੈ ਕੇ ਆਵਾਂ, ਸਮਥਿੰਗ ਓਰੀਜਨਲ, ਕੁਛ ਅਸਲੀ। ਮਾਈ ਫਰੈਂਡ ਸੈਨੀ ਹੂ ਇਜ਼ ਗੁੱਡ ਐਟ ਪੋਇਟਰੀ, ਜਿਹੜੀ ਕਿ ਮੇਰੀ ਇੱਕ ਫਰੈਂਡ ਸੀਗੀ ਜਿਹਨੂੰ ਕਿ ਪੋਇਟਰੀ ਬਹੁਤ ਚੰਗੀ ਤਰੀਕੇ ਨਾਲ ਆਉਂਦੀ ਸੀ। ਆਫਰ ਟੂ ਹੈਲਪ ਮੀ ਰਾਈਟ ਦਾ ਐਸੇ ਫਰੋਮ ਬਿਗਨਿੰਗ ਟੂ ਐਂਡ ਇਨ ਵਰਸ ਐਂਡ ਆਈ ਜੰਪਡ ਫॉर ਜੋਏ, ਤਾਂ ਮੈਨੂੰ ਉਹਨੇ ਕਿਹਾ ਕਿ ਤੈਨੂੰ ਜਿਹੜੀ ਮਤਲਬ ਇਹ ਲੈਸਨ ਹੈਗਾ ਤੈਨੂੰ ਐਂਡ ਤੋਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਹ ਇਨਵਰਸ ਉਲਟ ਲਿਖਣਾ ਚਾਹੀਦਾ, ਅਤੇ ਮੈਂ ਵੀ ਇੰਜੋਏ ਦੇ ਲਈ ਇਹ ਕਰਨ ਲੱਗੀ। ਮਿਸਟਰ ਕੀਜ਼ਿੰਗ ਵਾਜ਼ ਟਰਾਈ ਟੂ ਪਲੇ ਅ ਜੋਕ ਔਨ ਮੀ ਵਿਦ ਦਿਸ ਰਿਡਿਕੂਲਸ ਸਬਜੈਕਟ, ਤਾਂ ਇਸ ਮਤਲਬ ਬੇਵਕੂਫੀ ਵਾਲੇ ਟੋਪਿਕ 'ਤੇ ਮਿਸਟਰ ਕੀਜ਼ਿੰਗ ਨੇ ਕੀ ਇੱਕ ਜੋਕ ਮਾਰਨਾ ਜ਼ਰੂਰੀ ਸਮਝਿਆ। ਬਟ ਆਈ ਹੈਡ ਮੇਕ ਸ਼ੋਰ ਦਾ ਜੋਕ ਵਾਜ਼ ਇਨ ਹਿਮ, ਅਤੇ ਪਰ ਮੈਨੂੰ ਇਹ ਪੱਕਾ ਯਕੀਨ ਸੀ ਕਿ ਜੋਕ ਉਹਨਾਂ ਨੇ ਆਪਣੇ ਆਪ ਲਈ ਬੋਲਿਆ ਸੀ। ਆਈ ਫਿਨਿਸ਼ਡ ਮਾਈ ਪੋਇਮ, ਮੈਂ ਆਪਣੀ ਪੋਇਮ ਖ਼ਤਮ ਕੀਤੀ। ਐਂਡ ਇਟ ਵਾਜ਼ ਬਿਊਟੀਫੁਲ, ਬਹੁਤ ਸੋਹਣੀ ਸੀ। ਇਟ ਵਾਜ਼ ਅਬਾਊਟ ਅ ਮਦਰ ਡੱਕ ਐਂਡ ਅ ਫਾਦਰ ਸਵੈਨ with 3 baby ducklings who were beaten to death by the father because they quacked too much। ਤਾਂ ਮੈਂ ਇੱਕ ਪੋਇਮ ਖ਼ਤਮ ਕੀਤੀ, ਉਹ ਪੋਇਮ ਬਹੁਤ ਸੋਹਣੀ ਸੀ। ਇਹ ਕਾਹਦੇ ਬਾਰੇ ਸੀ? ਇੱਕ ਮਦਰ ਹੁੰਦੀ ਹੈ ਡੱਕ ਅਤੇ ਫਾਦਰ ਹੁੰਦਾ ਸਵੈਨ, ਉਹਨਾਂ ਦੇ 3 ਯੰਗ ਡੱਕ ਹੁੰਦੇ ਆ, ਬੇਬੀ ਹੁੰਦੇ ਆ, ਅਤੇ ਜਿਨ੍ਹਾਂ ਨੂੰ ਉਹਨਾਂ ਦਾ ਪਿਤਾ ਬਹੁਤ ਜ਼ਿਆਦਾ ਕੁੱਟਦਾ, ਕਿਉਂਕਿ ਕੁੱਟ ਕੇ ਮਾਰ ਲੱਗਦਾ ਕਿਉਂਕਿ ਉਹ ਬਹੁਤ ਜ਼ਿਆਦਾ ਬੋਲਦੇ ਹਨ। ਲੱਕੀਲੀ ਮਿਸਟਰ ਕੀਜ਼ਿੰਗ ਟੁੱਕ ਦਾ ਜੋਕ ਦਾ ਰਾਈਟ ਵੇ, ਮੇਰੀ ਇੱਕ ਚੰਗੀ ਕਿਸਮਤ ਸੀ ਕਿ ਮਿਸਟਰ ਕੀਜ਼ਿੰਗ ਨੇ ਉਸ ਜੋਕ ਨੂੰ ਕੀ ਹੈ ਇੱਕ ਚੰਗੇ ਤਰੀਕੇ ਦੇ ਨਾਲ ਸਮਝਿਆ। ਹੀ ਰੀਡ ਦਾ ਪੋਇਮ ਟੂ ਦਾ ਕਲਾਸ, ਉਸਨੇ ਪੋਇਮ ਪੜ੍ਹ ਕੇ ਸਾਰੀ ਕਲਾਸ ਨੂੰ ਸੁਣਾਈ। ਐਡਿੰਗ ਹਿਜ਼ ਓਨ ਕਮੈਂਟ, ਆਪਣੇ ਕਮੈਂਟ ਉਸ ਵਿੱਚ ਐਡ ਕੀਤੇ। ਐਂਡ ਟੂ ਸੇਵਰਲ ਅਦਰ ਕਲਾਸਿਸ ਐਜ਼ ਵੈਲ, ਅਤੇ ਹੋਰ ਵੀ ਬਾਕੀ ਕਲਾਸਾਂ ਨੂੰ ਇਹ ਜੋਕ ਸੁਣਾਇਆ, ਇਹ ਪੋਇਮ ਸੁਣਾਈ। ਸਿੰਸ ਦੈਨ ਆਈ ਹੈਵ ਬੀਨ ਅਲਾਊਡ ਟੂ ਟੋਕ, ਉਸ ਤੋਂ ਬਾਅਦ ਮੈਨੂੰ ਕਲਾਸ ਵਿੱਚ ਬੋਲਣ ਦੀ ਇਜਾਜ਼ਤ ਮਿਲ ਗਈ। ਐਂਡ ਹੈਵ ਨੋਟ ਬੀਨ ਅਸਾਈਨਡ ਐਨੀ ਐਕਸਟਰਾ ਵਰਕ, ਅਤੇ ਮੈਨੂੰ ਕੋਈ ਵੀ ਐਕਸਟਰਾ ਵਰਕ ਨਹੀਂ ਦਿੱਤਾ ਗਿਆ। ਔਨ ਦਾ ਕੰਟਰੇਰੀ, ਇਸ ਦੇ ਉਲਟ ਮਿਸਟਰ ਕੀਜ਼ਿੰਗਸ ਆਲਵੇਜ਼ ਮੇਕਿੰਗ ਜੋਕਸ ਦੀਜ਼ ਡੇਜ਼, ਅਤੇ ਮਿਸਟਰ ਕੀਜ਼ਿੰਗ ਨੇ ਕਿਹੜੇ ਕਲਾਸ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਜੋਕ ਸਾਨੂੰ ਸੁਣਾਉਂਦੇ ਹਨ।